ਤੇ ਉੱਥੇ ਤਾਂ ਇਸ ਵੇਲੇ ਬਹੁਤ ਬੁਰੇ ਹਾਲਾਤ ਹੋਣ ਲੱਗ ਪਏ ਸੀਗੇ, ਜਿੱਦਾਂ ਨਾਈਟ ਔਲ ਫਾਇਰਿੰਗ ਡੇ ਨਾਈਟ ਹੋਣਾ। ਸਾਨੂੰ ਉੱਥੇ ਆਪਾਂ ਬੇਸ ਦੇ ਵਿੱਚ ਸੀਗੇ, US ਐਮਬੈਸੀ ਬੇਸ, ਤੇ ਸਾਨੂੰ ਸਾਊਂਡ ਸੁਣਦੇ ਸੀਗੇ। ਤੇ ਉਸ ਤੋਂ ਬਾਅਦ ਜੋ ਵੀ ਸਾਡੇ ਨਾਲ ਲੋਕਲ ਆਦਮੀ ਬੰਦੇ ਬਾਹਰੋਂ ਸਾਈਡ ਦੇ ਉੱਤੇ ਸਾਡੀ ਹੈਲਪ ਵਾਸਤੇ ਜਾਂ ਕੰਮ ਵਾਸਤੇ ਆਉਂਦੇ ਸੀ, ਉਹ ਦੱਸਦੇ ਹੁੰਦੇ ਸੀ ਵੀ ਬਾਹਰਲੀ ਸਾਈਡ ਤੇ ਲੋਕੀ ਹੋਰ ਸਟੇਟਾਂ ਦੇ ਵਿੱਚੋਂ, ਕਿਉਂਕਿ ਕਾਬੁਲ ਉਹਨਾਂ ਦੀ ਇੱਕ ਮੇਨ ਸਿਟੀ ਹੈ ਰਹਿਣ ਵਾਸਤੇ, ਤੇ ਉਹਦੇ ਵਿੱਚ ਸਾਰੇ ਲੋਕੀ ਉੱਥੋਂ ਡਰ ਦੇ ਮਾਹੌਲ ਦੇ ਨਾਲ ਸਾਰੇ ਲੋਕ ਉੱਥੇ ਆ ਕੇ ਰਹਿਣ ਲੱਗ ਪਏ ਸੀਗੇ, ਬਾਹਰ ਪਾਰਕਾਂ ਉੱਤੇ, ਸਟਰੀਟਾਂ ਉੱਤੇ, ਰੋਡਾਂ ਉੱਤੇ। ਯਾਨੀ ਉਹਨਾਂ ਨੂੰ ਖਾਣ ਦੀ ਵੀ ਤੰਗੀ, ਜਦੋਂ ਬਾਹਰਲੇ ਲੋਕ ਆ ਕੇ ਸਾਡੇ ਨਾਲ ਲੋਕਲ ਲੋਕ ਸਾਨੂੰ ਆ ਕੇ ਦੱਸਦੇ ਹੁੰਦੇ। ਮਤਲਬ ਇਹੋ ਜਿਹੇ ਹਾਲਾਤ ਸੀ ਕਿ ਆਪਣੇ ਦੇਸ਼ ਨੂੰ ਛੱਡਣ ਦੇ ਮਜਬੂਰ ਹੋ ਗਏ ਸੀ। ਹਾਂਜੀ ਹਾਂਜੀ, ਬਹੁਤ ਜ਼ਿਆਦਾ ਜੀ। ਫੁੱਲ ਉਹਨਾਂ ਦੀ ਇਸ ਵੇਲੇ ਉਹੀ ਥਿੰਕਿੰਗ ਸੀਗੀ ਵੀ ਕਿਹੜੀ ਕਰੀ ਆਪਾਂ ਨਿਕਲ ਕੇ ਸਾਈਡ 'ਤੇ ਨਿਕਲ ਜਾਈਏ ਕਿਸੇ ਵੀ ਕੰਟਰੀ ਦੇ ਵਿੱਚ। ਅਮਰੀਕਾ ਦੀ ਗੌਰਮੈਂਟ ਨੇ ਡਿਕਲੇਅਰ ਕੀਤਾ 31 ਅਗਸਤ ਤੱਕ ਵੀ ਆਪਾਂ ਆਰਮੀ ਮੂਵ ਕਰਨੀ ਹੈ ਸਾਰੀ ਇੱਥੋਂ। ਇਸ ਕਰਕੇ ਫਿਰ ਸਾਨੂੰ ਪਤਾ ਲੱਗ ਗਿਆ ਸੀਗਾ ਤੇ ਵੀ ਸਾਰੀ ਆਰਮੀ ਜਾਣੀ ਆ। ਆਲਰੇਡੀ ਆਊਟਸਾਈਡ ਜਿੰਨੇ ਵੀ ਕੈਂਪ ਸੀਗੇ ਐਕਸੈਪਟ ਐਮਬੈਸੀ ਸਾਰੇ ਚੱਕ ਹੋ ਗਏ ਸੀਗੇ। ਇਸ ਕਰਕੇ ਉੱਥੇ ਫਿਰ ਸਲੋ ਬੰਦੇ ਫਿਰ ਨਿਕਲਣੇ ਚਾਲੂ ਹੋ ਗਏ। ਤੁਹਾਡੇ ਨਾਲ ਹੋਰ ਕਿਹੜੀ ਕੰਟਰੀਜ਼ ਤੋਂ ਲੋਕ ਕੰਮ ਕਰ ਰਹੇ ਸੀ? ਸਾਡੇ ਤੋਂ ਤਕਰੀਬਨ ਆਲ ਵਰਲਡ ਹੀ ਸੀਗੇ ਜੀ। ਆਪਾਂ ਪੰਜਾਬ ਤੋਂ ਵੀ ਸੀਗੇ, ਬਾਕੀ ਸਾਡੇ ਆਪਣੇ ਇੰਡੀਆ ਦੇ ਸਾਊਥ ਏਰੀਆ ਦੇ ਮੁੰਡੇ ਸੀਗੇ, ਤੇ ਬਾਕੀ ਜਿੰਨੇ ਵੀ ਕੈਨੇਡਾ, ਸਪੈਨਿਸ਼ ਆਰਮੀ ਪੂਰੇ ਸੀਗੇ ਤਕਰੀਬਨ। 12 ਸਾਲ ਤੋਂ ਵੱਧ ਉਮਰ ਦੇ ਕਿਸੇ ਵਿਅਕਤੀ ਨਾਲ ਗੱਲਬਾਤ ਕਰਨੀ, ਕਿਸੇ ਮੇਲ ਮੈਂਬਰ ਨਾਲ ਗੱਲਬਾਤ ਕਰਨੀ ਹੈ ਤਾਂ ਉਹ ਨਹੀਂ, ਸਟ੍ਰੇਂਜਰ ਦੇ ਨਾਲ ਪਰਮਿਟਡ ਨਹੀਂ ਹੈ। ਬਾਹਰ ਨਿਕਲ ਕੇ ਜਾਣਾ ਤਾਂ ਕਰੋ ਤਾਂ ਪੁਰਸ਼ ਹੋਣਾ ਨਾਲ ਜ਼ਰੂਰੀ ਹੈ। ਇਹੋ ਜਿਹੀਆਂ ਰਿਸਟ੍ਰਿਕਸ਼ਨਸ ਕਹਿੰਦੇ ਲਾ ਦਿੱਤੀਆਂ ਜਾਣਗੀਆਂ। ਤੇ ਤਾਂ ਦੇਖੋ ਜੀ, ਹੁਣ ਤਾਲੀਬਾਨ ਰਾਜ ਆ, ਹੁਣ ਉੱਥੇ ਗੌਰਮੈਂਟ ਤਾਂ ਚਲੋ ਹੁਣ ਹੈ ਨਹੀਂ ਜੀ। ਉਹ ਤਾਂ ਹੁਣ ਜੋ ਜੇ ਆਗੇ ਕੁਝ ਵੀ ਉਹਨਾਂ ਨੇ ਰੂਲ ਬਣਾਉਣੇ ਆ ਜਾਂ ਉਹ ਤਾਂ ਹੁਣ ਉਹੀ ਜਾਣਦੇ। ਹੁਣ ਤੁਹਾਡੇ ਸਾਹਮਣੇ ਹੁਣ ਕਿੰਨੀ ਦੁਨੀਆ ਪਰੇਸ਼ਾਨ ਆ। ਅੱਗੇ ਤੋਂ ਅੱਗੇ ਹੁਣ ਰੂਲ ਜਿਸ ਹਿਸਾਬ ਨਾਲ ਨਹੀਂ ਬਣਾਉਣੇ, ਲੋਕਾਂ ਨੂੰ ਫੋਲੋ ਕਰਨੇ ਪੈਣੇ। ਅਗਰ ਗੌਰਮੈਂਟ ਰੂਲ ਹੋਣ ਫਿਰ ਤਾਂ ਚਲੋ ਬੰਦਾ ਗੌਰਮੈਂਟ ਦੇ ਹਿਸਾਬ ਨਾਲ ਕਰ ਸਕਦੇ ਕੁਝ, ਪਰ ਹੁਣ ਤਾਲੀਬਾਨ ਆ ਨਹੀਂ ਤਾਂ ਜੋ ਰੂਲ ਬਣਾਉਣੇ ਉਹ ਉੱਤੇ ਚੱਲਣਾ ਪੈਣਾ। ਉਹ ਕੰਟਰੀ ਇਹੋ ਜਿਹੀ ਹੈ ਜੀ। ਘਰਦਿਆਂ ਨੂੰ ਦੱਸਿਆ ਹੋਏਗਾ ਜਾਂ ਜੋ ਮਾਹੌਲ ਬਣਿਆ ਹੋਏਗਾ ਨਿਊਜ਼ ਦੇ ਜ਼ਰੀਏ, ਜੇ ਘਰਦਿਆਂ ਨੇ ਸੁਣਿਆ ਹੋਏਗਾ ਤਾਂ ਡਰ ਤਾਂ ਉਹ ਵੀ ਗਏ ਹੋਣਗੇ ਕਿ ਸਹੀ ਸਲਾਮਤ ਘਰ ਦੇ ਵਾਪਸ ਆ ਜਾਣ। ਹਾਂਜੀ ਹਾਂਜੀ, ਘਰ ਦੇ ਤਾਂ ਡਰ ਗਏ ਹੋ ਸੀਗੇ ਜੀ। ਲਾਸਟ 15-20 ਦਿਨ ਤੋਂ ਮੈਨੂੰ ਕਹਿ ਰਹੇ ਸੀਗੇ ਵੀ ਤੁਸੀਂ ਆ ਜਾਓ ਇੱਥੇ ਨੂੰ। ਡੈਡੀ ਹੋਣੀ ਵੀ ਰੋਜ਼ ਕਹਿੰਦੇ ਸੀ ਆ ਜਾਓ, ਪਰ ਸਾਨੂੰ ਉੱਥੇ ਦੀ ਸਿਚੁਏਸ਼ਨ ਪਤਾ ਹੀ, ਕਿਉਂਕਿ ਉਹਨਾਂ ਨੇ ਸਾਨੂੰ ਆਲਰੇਡੀ ਕਹਿ ਕੇ ਰੱਖਿਆ ਆਪਣੇ ਲਗੇਜ ਬੈਗ ਤਿਆਰ ਰੱਖੋ, ਅਸੀਂ ਕਿਸੇ ਵੇਲੇ ਵੀ ਤੁਹਾਨੂੰ ਇੱਥੋਂ ਮੂਵ ਕਰ ਸਕਦੇ ਹਾਂ। ਇਸ ਟਾਈਮ ਤੁਸੀਂ ਵਾਪਸ ਆਏ, ਉਸ ਤੋਂ ਬਾਅਦ ਹਾਲਾਤ ਕਿਵੇਂ ਦੇ ਹੋਏ? ਕੋਈ ਸੀਗਾ ਉੱਥੇ ਜੋ ਉੱਥੇ ਰਹਿ ਗਿਆ ਹੋਇਆ? ਕੋਈ ਕਿਸੇ ਨੂੰ ਤਕਲੀਫ ਪਰੇਸ਼ਾਨੀ, ਕਿਸੇ ਨਾਲ ਫੋਨ ਤੇ ਜ਼ਰੀਏ ਗੱਲਬਾਤ ਹੋਈ? ਹਾਂਜੀ ਇੱਦਾਂ ਜੀ, ਆਪਾਂ 14 ਤਰੀਕ ਨੂੰ ਨਾਈਟ ਟਾਈਮ ਅਸੀਂ ਉੱਥੋਂ ਸਾਨੂੰ ਯਕਦਮ ਕਾਉਣੀ ਕਹਿ ਦਿੱਤਾ ਵੀ ਤੁਸੀਂ ਆਪਣਾ ਸਮਾਨ ਮੂਵ ਕਰੋ, ਰਾਤੋਂ ਰਾਤ ਵੈਕੂਏਟ ਕਰਨਾ। ਤੇ ਸਾਨੂੰ ਨਹੀਂ 14 ਤਰੀਕ ਨੂੰ ਉੱਥੋਂ ਲੈ ਕੇ ਤੇ 15 ਨੂੰ ਅਸੀਂ ਏਅਰਪੋਰਟ ਪਹੁੰਚ ਗਏ ਸਵੇਰੇ ਤੜਕੇ। ਤੇ ਸਾਨੂੰ ਉੱਥੇ US ਆਰਮੀ ਬੇਸ ਬਹੁਤ ਵਧੀਆ ਟਰੀਟਮੈਂਟ ਉਹਨੇ ਕੀਤਾ। ਸਾਨੂੰ ਚੱਕ ਕੇ ਦੋਹਾ ਕਤਰ ਮੂਵ ਕਰਦਾ। ਪਰ ਕੁਝ ਬੰਦੇ ਉੱਥੇ ਸੀਗੇ ਮੇਰੇ ਹਿਸਾਬ ਨਾਲ, ਤੇ 1-2 ਬੰਦੇ ਹਿਮਾਚਲ ਦੇ ਸੀਗੇ ਉੱਥੇ। ਸ਼ੁਕਰ ਕੀਤਾ ਹੋਏਗਾ ਇੱਕ ਵਾਰ ਉੱਥੋਂ ਬਾਹਰ ਨਿਕਲ ਕੇ। ਉਹ ਤਾਂ ਫਿਰ ਕਰਨਾ ਹੀ ਹੈ ਜੀ, ਇਹੋ ਜਿਹੇ ਤਣਾਅਪੂਰਨ ਮਾਹੌਲ ਦੇ ਵਿੱਚ ਰਹਿਣਾ ਵੀ ਔਖਾ ਹੈ ਨਾ, ਨਹੀਂ ਰਹਿ ਹੁੰਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਜਸਨੂਰ ਤਵਨ। ਅਫਗਾਨਿਸਤਾਨ ਵਿੱਚ ਇਸ ਵਕਤ ਕੀ ਹਾਲਾਤ ਬਣੇ ਹੋਏ ਨੇ, ਅਸੀਂ ਸਾਰੇ ਇਸ ਤੋਂ ਜਾਣੂ ਹਾਂ। ਕਈ ਪੰਜਾਬੀ ਭਰਾ ਵੀ ਅਫਗਾਨਿਸਤਾਨ ਵਿੱਚ ਪਹੁੰਚੇ ਹੋਏ ਸਨ, ਕੰਮਕਾਰ ਲਈ, ਰੋਜ਼ੀ ਰੋਟੀ ਲਈ ਉੱਥੇ ਪਹੁੰਚੇ ਹੋਏ ਸਨ, ਤੇ ਉਹਨਾਂ ਤੇ ਕੀ ਬੀਤੀ, ਕਿਸ ਤਰ੍ਹਾਂ ਇਸ ਵਕਤ ਅਫਗਾਨਿਸਤਾਨ ਦੇ ਹਾਲਾਤ ਨੇ, ਹੱਡ ਬੀਤੀ ਉਹਨਾਂ ਦੀ ਸੁਣਾਉਂਦੇ ਹਾਂ ਜੋ ਅਫਗਾਨਿਸਤਾਨ ਤੋਂ ਭਾਰਤ ਵਾਪਸ ਪੰਜਾਬ ਦੇ ਪਿੰਡ ਹੁਸ਼ਿਆਰਪੁਰ ਆਪਣੇ ਪਿੰਡ ਵਾਪਸ ਪੁੱਜੇ ਨੇ। ਕੁਲਦੀਪ ਜੀ ਹੁਸ਼ਿਆਰਪੁਰ ਤੋਂ ਸਾਡੇ ਨਾਲ ਜੁੜੇ ਹੋਏ ਨੇ। ਕੁਲਦੀਪ ਜੀ, ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਇਹ ਪੁੱਛਣਾ ਚਾਹਾਂਗੇ ਕਿ ਅਫਗਾਨਿਸਤਾਨ ਵਿੱਚ ਕੀ ਹਾਲਾਤ ਬਣੇ ਹੋਏ ਨੇ? ਪੂਰੇ ਵਿਸ਼ਵ ਦੇ ਵਿੱਚ ਹਲਚਲ ਮਚੀ ਹੋਈ ਹੈ ਜੋ ਅਫਗਾਨਿਸਤਾਨ ਦੇ ਹਾਲਾਤ ਨੇ, ਸਾਰਿਆਂ ਨੂੰ ਉਹਨਾਂ ਨੇ ਹਿਲਾ ਕੇ ਰੱਖਤਾ ਹੈ। ਹਾਂਜੀ, ਅਸੀਂ ਵੀ ਇੱਥੇ ਆਪਣੇ ਇੰਡੀਆ ਵਿੱਚ ਲਾਸਟ ਸੰਡੇ ਆਏ ਹਾਂ ਜੀ। ਉਸ ਤੋਂ ਪਹਿਲਾਂ ਅਸੀਂ ਕਾਬੁਲ ਹੀ ਸੀਗੇ ਬਿਫੋਰ ਵੀਕ ਲਾਈਫ ਦੇ ਮਹੀਨੇ ਦੀ 14-15 ਤਰੀਕ ਤੱਕ ਆਪਾਂ ਕਾਬੁਲ ਦੇ ਵਿੱਚ ਹੀ ਸੀਗੇ। ਤੇ ਉੱਥੇ ਤਾਂ ਇਸ ਵੇਲੇ ਬਹੁਤ ਬੁਰੇ ਹਾਲਾਤ ਹੋਣ ਲੱਗ ਪਏ ਸੀਗੇ, ਜਿੱਦਾਂ ਨਾਈਟ ਔਲ ਫਾਇਰਿੰਗ ਡੇ ਨਾਈਟ ਹੋਣਾ। ਸਾਨੂੰ ਉੱਥੇ ਆਪਾਂ ਬੇਸ ਦੇ ਵਿੱਚ ਸੀਗੇ US ਐਮਬੈਸੀ ਬੇਸ, ਤੇ ਸਾਨੂੰ ਸਾਊਂਡ ਸੁਣਦੇ ਸੀਗੇ। ਤੇ ਉਸ ਤੋਂ ਬਾਅਦ ਜੋ ਵੀ ਸਾਡੇ ਨਾਲ ਲੋਕਲ ਆਦਮੀ ਬੰਦੇ ਬਾਹਰੋਂ ਸਾਈਡ ਦੇ ਉੱਤੇ ਸਾਡੀ ਹੈਲਪ ਵਾਸਤੇ ਜਾਂ ਕੰਮ ਵਾਸਤੇ ਆਉਂਦੇ ਸੀ, ਉਹ ਦੱਸਦੇ ਹੁੰਦੇ ਸੀ ਵੀ ਬਾਹਰਲੀ ਸਾਈਡ ਤੇ ਲੋਕੀ ਹੋਰ ਸਟੇਟਾਂ ਦੇ ਵਿੱਚੋਂ, ਕਿਉਂਕਿ ਕਾਬੁਲ ਉਹਨਾਂ ਦੀ ਇੱਕ ਮੇਨ ਸਿਟੀ ਹੈ ਰਹਿਣ ਵਾਸਤੇ, ਤੇ ਉਹਦੇ ਵਿੱਚ ਸਾਰੇ ਲੋਕੀ ਉੱਥੋਂ ਡਰ ਦੇ ਮਾਹੌਲ ਦੇ ਨਾਲ ਸਾਰੇ ਲੋਕ ਉੱਥੇ ਆ ਕੇ ਰਹਿਣ ਲੱਗ ਪਏ ਸੀਗੇ, ਬਾਹਰ ਪਾਰਕਾਂ ਉੱਤੇ, ਸਟਰੀਟਾਂ ਉੱਤੇ, ਰੋਡਾਂ ਉੱਤੇ। ਯਾਨੀ ਉਹਨਾਂ ਨੂੰ ਖਾਣ ਦੀ ਵੀ ਤੰਗੀ, ਜਦੋਂ ਬਾਹਰਲੇ ਲੋਕ ਆ ਕੇ ਸਾਡੇ ਨਾਲ ਲੋਕਲ ਲੋਕ ਸਾਨੂੰ ਆ ਕੇ ਦੱਸਦੇ ਹੁੰਦੇ ਸੀ। ਹਾਂਜੀ, ਕੀ ਹਾਲਾਤ ਕੀ ਸੀਗੇ ਕਿ ਲੋਕੀ ਬਹੁਤ ਡਰੇ ਹੋਏ ਸੀ? ਹਾਂਜੀ, ਬਹੁਤ ਡਰੇ ਸੀਗੇ ਜੀ। ਸਾਡੇ ਨਾਲ ਜਿਹੜੇ ਖੁਦ ਲੋਕ ਡੇਲੀ ਸਵੇਰੇ ਅੰਦਰ ਆ ਕੇ ਸ਼ਾਮ ਨੂੰ ਵਾਪਸ ਜਾਂਦੇ ਸੀਗੇ, ਉਹ ਡਰ ਦੇ ਮਾਹੌਲ ਦੇ ਵਿੱਚ ਹੀ ਜਾਂਦੇ ਹੁੰਦੇ ਸੀ। ਪੂਰਿਆਂ ਨੂੰ ਫੈਮਿਲੀ ਦੀ ਟੈਨਸ਼ਨ ਹੁੰਦੀ ਸੀ। ਉਹ ਸੋਚਦੇ ਹੁੰਦੇ ਸੀ ਵੀ ਕਿਹੜੀ ਘੜੀ ਸਾਡਾ USA ਦਾ ਵੀਜ਼ਾ ਲੱਗ ਜਾਏ ਜਾਂ ਫਿਰ ਹੋਰ ਕੰਟਰੀ ਦੇ ਵਿੱਚ ਆਪਾਂ ਨਿਕਲ ਜਾਈਏ, ਜਾ ਸਕੀਏ। ਮਤਲਬ ਇਹੋ ਜਿਹੇ ਹਾਲਾਤ ਸੀ ਕਿ ਆਪਣੇ ਦੇਸ਼ ਨੂੰ ਛੱਡਣ ਦੇ ਮਜਬੂਰ ਹੋ ਗਏ ਸੀ। ਹਾਂਜੀ, ਬਹੁਤ ਜ਼ਿਆਦਾ ਜੀ।
ਫੁੱਲ ਉਹਨਾਂ ਦੀ ਇਸ ਵੇਲੇ ਉਹੀ ਥਿੰਕਿੰਗ ਸੀਗੀ ਵੀ ਕਿਹੜੀ ਕਰੀ ਆਪਾਂ ਨਿਕਲ ਕੇ ਸਾਈਡ ਤੇ ਨਿਕਲ ਜਾਈਏ ਕਿਸੇ ਵੀ ਕੰਟਰੀ ਦੇ ਵਿੱਚ। ਜੀ ਹਾਂਜੀ। ਤੁਸੀਂ ਅਫਗਾਨਿਸਤਾਨ ਕਦੋਂ ਗਏ? ਮੈਂ ਗਿਆ ਸੀਗਾ ਜੀ 2018 ਦੇ ਵਿੱਚ ਅਪ੍ਰੈਲ ਮਹੀਨੇ 'ਚ ਅੰਟਿਲ ਨੋ। ਕੰਮ ਕਰ ਕਰਨ? ਹਾਂਜੀ, ਆਪਾਂ ਗਏ ਸੀਗੇ ਜੀ, ਆਪਾਂ ਯੂਐਸ ਐਮਬੈਸੀ ਦੇ ਵਿੱਚ ਕੰਮ ਕਰਨ ਗਏ ਸੀਗੇ ਤੇ ਅਮਰੀਕਨ ਬੇਸ ਯੂਐਸ ਐਮਬੈਸੀ ਦੇ ਵਿੱਚ ਪਲੰਬਿੰਗ ਜੌਬ 'ਚ ਮੈਂ ਗਿਆ ਸੀਗਾ ਜੀ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਕਿੱਦਾਂ ਪਤਾ ਲੱਗਿਆ, ਕੁਝ ਵਾਰਨਿੰਗ ਦਿੱਤੀ ਗਈ ਤੁਹਾਨੂੰ? ਨਹੀਂ ਮੈਡਮ, ਲਾਸਟ ਲਾਈਕ ਪਾਸਟ 1 ਵੀਕਸ ਗੋ ਵੀ ਸਾਡੀ ਕੰਪਨੀ, ਸਾਡੀ ਉੱਥੇ ਦੀ ਮੈਨੇਜਮੈਂਟ, ਜੋ ਵੀ ਕੰਪਨੀ ਦਾ ਸਿਸਟਮ ਸੀਗਾ, ਐਮਬੈਸੀ ਆਲਰੇਡੀ ਸਾਨੂੰ ਕਹਿੰਦੇ ਸੀਗੇ ਵੀ ਆਪਣੇ ਅਮਰੀਕਾ ਦੀ ਗਵਰਨਮੈਂਟ ਨੇ ਡਿਕਲੇਅਰ ਕੀਤਾ 31 ਅਗਸਤ ਤੱਕ ਵੀ ਆਪਾਂ ਆਰਮੀ ਮੂਵ ਕਰਨੀ ਹੈ ਸਾਰੀ ਇੱਥੋਂ। ਇਸ ਕਰਕੇ ਫਿਰ ਸਾਨੂੰ ਪਤਾ ਲੱਗ ਗਿਆ ਸੀਗਾ ਤੇ ਵੀ ਸਾਰੀ ਆਰਮੀ ਜਾਣੀ ਆ ਆਲਰੇਡੀ। ਆਊਟਸਾਈਡ ਜਿੰਨੇ ਵੀ ਕੈਂਪ ਸੀਗੇ ਐਕਸੈਪਟ ਐਮਬੈਸੀ ਸਾਰੇ ਚੱਕ ਹੋ ਗਏ ਸੀਗੇ ਤੇ ਇਸ ਕਰਕੇ ਉੱਥੇ ਫਿਰ ਸਲੋ ਬੰਦੇ ਫਿਰ ਨਿਕਲਣੇ ਚਾਲੂ ਹੋ ਗਏ। ਤੇ ਪਤਾ ਲੱਗ ਗਿਆ ਸੀਗਾ ਕਿ ਆਰਮੀ ਆਪਣਾ ਉੱਥੋਂ ਜਿਹੜਾ ਖਤਮ ਕਰ ਰਹੀ ਹੈ, ਹਾਂਜੀ ਉੱਥੋਂ ਛੱਡ ਕੇ ਜਾ ਰਹੀ ਹੈ, ਤੇ ਉਸ ਤੋਂ ਬਾਅਦ ਫਿਰ ਹਾਲਾਤ ਨਾਜ਼ੁਕ ਹੋ ਜਾਣਗੇ। ਹਾਂਜੀ, ਉਸ ਤੋਂ ਇਹ ਤਾਂ ਫਿਰ ਹੁਣ ਮੈਡਮ ਇੱਦਾਂ ਨਾ, ਜਿੱਦਾਂ ਉੱਥੇ ਤਾਲੀਬਾਨ ਦਾ ਬਹੁਤ ਜ਼ਿਆਦਾ ਪ੍ਰਭਾਵ ਆ, ਇਸ ਕਰਕੇ ਜਿੱਦਾਂ ਹੁਣ ਬਾਹਰਲੀ ਸਾਈਡਾਂ ਤੋਂ ਆਰਮੀ ਦੇ ਯੂਐਸ ਆਰਮੀ ਦੇ ਕੈਂਪ ਸੀਗੇ ਮੂਵ ਹੋਣੇ ਸਟਾਰਟ ਹੋ ਗਏ, ਉਸੇ ਹਿਸਾਬ ਦੇ ਨਾਲ ਉਧਰੋਂ ਤਾਲੀਬਾਨ ਜਾਨੀ ਐਕਟੀਵਿਟੀ ਚਾਲੂ ਹੋ ਗਈ ਉਹਨਾਂ ਦੀ। ਤੇ ਸਾਡਾ ਇੱਕ ਬੇਸ ਰਹਿ ਗਿਆ ਸੀ ਐਮਬੈਸੀ, ਪਰ ਸਾਡੀ ਕੰਪਨੀ ਆਲਰੇਡੀ ਸਾਨੂੰ ਵਾਰਨ ਕਰਕੇ ਰੱਖਿਆ ਸੀਗਾ ਵੀ ਤੁਸੀਂ ਆਪਣਾ ਲਗੇਜ ਪੂਰਾ ਪੈਕਿੰਗ ਕਰਕੇ ਰੱਖੋ, ਕਿਸੇ ਵੇਲੇ ਵੀ ਆਪਾਂ ਤੁਹਾਨੂੰ ਮੂਵ ਕਰ ਸਕਦੇ ਇੱਥੋਂ। ਅੱਛਾ, ਤੁਹਾਨੂੰ ਦੱਸਦਾ ਸੀਗਾ। ਹਾਂਜੀ। ਇੱਕ ਵਕਤ ਤਾਂ ਸਾਰੇ ਘਬਰਾ ਗਏ ਹੋਣਗੇ ਕਿਉਂਕਿ ਰੋਜ਼ੀ ਰੋਟੀ ਦਾ ਸਵਾਲ ਹੁੰਦਾ ਹੈ, ਜੌਬ ਚਲੀ ਜਾਏਗੀ, ਰੋਜ਼ਗਾਰ ਮਿਲਣਾ ਬਹੁਤ ਔਖਾ ਹੈ। ਹਾਂਜੀ ਹਾਂਜੀ, ਉਹ ਤਾਂ ਹੈ ਹੀ ਹੈ ਨਾ ਜੀ। ਜਿੱਥੇ ਹੁਣ ਚਲੋ ਇੰਨਾ ਵਧੀਆ ਕੰਮ ਕਰ ਰਹੇ ਸੀਗੇ ਆਪਾਂ, ਹੁਣ ਜਦੋਂ ਯਕਦਮ ਪਤਾ ਲੱਗੇ ਵੀ ਸਾਡੀ ਜੌਬ ਲੋਸ ਹੋਣੀ, ਫਿਰ ਆਪਾਂ ਬੈਕ ਹੋਮ ਆਵਾਂਗੇ ਤਾਂ ਫਿਰ ਇੱਥੇ ਸਾਡੇ ਇਹ ਵਿੱਚ ਕੁਝ ਵੀ ਨਹੀਂ ਹੈ ਕਰਨ ਵਾਸਤੇ, ਨਾ ਕੋਈ ਗਵਰਨਮੈਂਟ ਦੀ ਸਹਾਇਤਾ ਹੋਊਗੀ, ਨਾ ਸਾਨੂੰ ਕੋਈ ਕੰਮ ਨਹੀਂ, ਕੋਈ ਨਾ ਸਾਡਾ ਪਲੰਬਿੰਗ ਵਰਕ ਉਹ ਵੀ ਨਹੀਂ ਚੱਲੂਗਾ ਇੱਥੇ, ਕਿਉਂਕਿ ਇੱਕ ਕੰਮ ਪਿੱਛੇ 20 ਆਦਮੀ ਪੜੇ ਤੇ ਕਿਤੇ ਪਿੰਡਾਂ ਵਿੱਚ ਨਾਲੇ ਵੈਸੇ ਵੀ ਕੰਮ ਪ੍ਰੋਬਲਮ ਹੈ ਨਾ ਜੀ, ਨਹੀਂ ਮਿਲਦਾ। ਤੁਹਾਡੇ ਨਾਲ ਹੋਰ ਕਿਹੜੀ ਕੰਟਰੀਜ਼ ਤੋਂ ਲੋਕ ਕੰਮ ਕਰ ਰਹੇ ਸੀ? ਸਾਡੇ ਤੋਂ ਤਕਰੀਬਨ ਆਲ ਵਰਲਡ ਹੀ ਸੀਗੇ ਜੀ। ਆਪਾਂ ਪੰਜਾਬ ਤੋਂ ਵੀ ਸੀਗੇ, ਬਾਕੀ ਸਾਡੇ ਆਪਣੇ ਇੰਡੀਆ ਦੇ ਸਾਊਥ ਏਰੀਆ ਦੇ ਮੁੰਡੇ ਸੀਗੇ ਤੇ ਬਾਕੀ ਜਿੰਨੇ ਵੀ ਕੈਨੇਡਾ, ਸਪੈਨਿਸ਼ ਆਰਮੀ ਪੂਰੇ ਸੀਗੇ, ਤਕਰੀਬਨ ਪੂਰੀ ਫੁੱਲ ਕੰਟਰੀਆਂ ਦੇ ਸੀਗੇ ਜੀ। ਤਾਂ ਉੱਥੇ ਅਸੀਂ ਜ਼ਿਆਦਾਤਰ ਸੁਣਿਆ ਕਿ ਕੁੜੀਆਂ ਦੀ ਹਾਲਤ ਬਹੁਤ ਮਾੜੀ ਹੈ, ਉੱਥੇ ਕੁੜੀਆਂ ਨੂੰ ਰਿਸਪੈਕਟ ਨਹੀਂ ਕੀਤਾ ਜਾਂਦਾ। ਤਾਲੀਬਾਨ, ਸ਼ਾਇਦ ਤੁਹਾਨੂੰ ਵੀ ਲੋਕਾਂ ਨੇ ਦੱਸਿਆ ਹੋਏ, ਜਦੋਂ ਤਾਲਿਬਾਨ ਹੁਕੂਮਤ ਸੀ 1996 ਦੇ ਵਿੱਚ, ਤਾਂ ਕਿਸ ਤਰ੍ਹਾਂ ਇੱਕ ਔਰਤ ਦਾ ਹੱਥ ਵੱਢਤਾ ਸੀਗਾ ਕਿਉਂਕਿ ਉਹਨੇ ਨੇਲ ਪਾਲਿਸ਼ ਲਗਾਈ ਸੀ। ਇਹੋ ਜਿਹੇ ਕੇਸਿਸ ਸੁਣਨ ਨੂੰ ਮਿਲੇ। ਬਹੁਤ सी ਚੀਜ਼ਾਂ ਹੁਣ ਬਾਹਰ ਆ ਰਹੀਆਂ ਨੇ, ਜਦੋਂ ਤਾਂ ਹੀ ਲੋਕੀ ਡਰ ਕੇ ਭੱਜ ਰਹੇ ਨੇ ਤਾਲਿਬਾਨ ਹੁਕੂਮਤ ਤੋਂ ਕਿ ਆਪਣਾ ਦੇਸ਼ ਛੱਡਣ ਤੇ ਮਜਬੂਰ ਹੋ ਗਏ ਨੇ। ਹਾਂਜੀ, ਹੁਣ ਇਦਾਂ ਨਾ ਜੀ, ਚਲੋ ਅਸੀਂ ਤਾਂ ਅੰਦਰ ਸੀਗੇ ਕੈਂਪ ਦੇ, ਪਰ ਸਾਡੇ ਜਿੱਦਾਂ ਬਾਹਰ ਲੋਕ ਬੰਦੇ ਗੱਲਾਂ ਪਤਾ ਲੱਗ ਜਾਂਦਾ ਜਿਸ ਵੀ ਕੰਟਰੀ 'ਚ ਰਹਿੰਦੇ, ਜਾਨੀ ਲੋਕਲ ਲੋਕਾਂ ਨਾਲ ਸਾਡੀਆਂ ਗੱਲਾਂ ਹੁੰਦੀਆਂ, ਜਾਨੀ ਜਿੱਦਾਂ ਸਾਡੇ ਆਪਣੇ ਇੱਥੇ ਸਾਰਿਆਂ ਨੂੰ ਅਥਾਰਟੀ ਆ, ਆਪਣਾ ਫਰੀडम ਆ, ਉੱਥੇ ਕੁਝ ਵੀ ਜਾਨੀ ਜੇ ਕੰਟਰੀਆਂ ਥੋੜਾ ਜਿੱਦਾਂ ਵੀ ਕਹਿ ਲਓ ਫੋਰਨ ਕੰਟਰੀ, ਇਹਨਾਂ ਦੇ ਵਿੱਚ ਅਲਾਉਡ ਇਤਨਾ ਵੀ ਫੀਮੇਲ ਨੂੰ ਫਰੀडम ਨਹੀਂਗਾ ਉਹਨਾਂ ਨੂੰ, ਜਾਨੀ ਜਿੱਦਾਂ ਵੀ ਆਪਾਂ ਉੱਥੇ ਲੜਕੀ ਲੋਕ ਵੀ ਮੰਨ ਲਓ ਸਾਡੇ ਸਾਈਡ ਤੇ ਵੀ ਕੰਮ ਆਉਂਦੇ ਵੀ ਡੇਲੀ ਉਹਨੇ ਜਾਣਾ ਵੀ ਬਾਹਰ ਡਰੈਸ ਚੇਂਜ ਕਰਨੀ ਜਾਂ ਬੁਰਕੇ ਪਾ ਕੇ ਘੁੰਮਣਾ, ਇਦਾਂ ਹੀ ਜਾਨੀ ਫੁੱਲ ਫਰੀडम ਨਹੀਂ ਕਹਿ ਸਕਦੇ ਵੀ ਉੱਥੇ ਹੈਗਾ ਜੀ ਮਹਿਲਾਵਾਂ ਵਾਸਤੇ। ਕਹਿੰਦੇ ਪੜ੍ਹਾਈ ਤੇ ਵੀ ਹੁਣ, ਕਿਉਂਕਿ ਤਾਂ ਹੀ ਲੋਕ ਭੱਜ ਰਹੇ ਕਿ ਕੁੜੀਆਂ ਨੂੰ ਪੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ, ਕੋਵਿਡ ਸਕੂਲ ਵਿੱਚ ਜਾਣ ਦੀ ਮਨਾਹੀ ਕਰ ਦਿੱਤੀ ਜਾਵੇਗੀ। 12 ਸਾਲ ਤੋਂ ਵੱਧ ਉਮਰ ਦੇ ਕਿਸੇ ਵਿਅਕਤੀ ਨਾਲ ਗੱਲਬਾਤ ਕਰਨੀ, ਕਿਸੇ ਮੇਲ ਮੈਂਬਰ ਨਾਲ ਗੱਲਬਾਤ ਕਰਨੀ ਹੈ ਤਾਂ ਉਹ ਨਹੀਂ, ਸਟ੍ਰੇਂਜਰ ਦੇ ਨਾਲ ਪਰਮਿਟਡ ਨਹੀਂ ਹੈ। ਬਾਹਰ ਨਿਕਲ ਕੇ ਜਾਣਾ ਤਾਂ ਕਰੋ ਤਾਂ ਪੁਰਸ਼ ਹੋਣਾ ਨਾਲ ਜ਼ਰੂਰੀ ਹੈ। ਇਹੋ ਜਿਹੀਆਂ ਰਿਸਟ੍ਰਿਕਸ਼ਨਸ ਕਹਿੰਦੇ ਲਾ ਦਿੱਤੀਆਂ ਜਾਣਗੀਆਂ। ਤੇ ਤਾਂ ਦੇਖੋ ਜੀ, ਹੁਣ ਤਾਲੀਬਾਨ ਰਾਜ ਆ, ਹੁਣ ਉੱਥੇ ਗਵਰਨਮੈਂਟ ਤਾਂ ਚਲੋ ਹੁਣ ਹੈ ਨਹੀਂ ਗੀ, ਉਹ ਤਾਂ ਹੁਣ ਜੋ ਜੇ ਆਗੇ ਕੁਝ ਵੀ ਉਹਨਾਂ ਨੇ ਰੂਲ ਬਣਾਉਣੇ ਆ ਜਾਂ ਉਹ ਤਾਂ ਹੁਣ ਉਹੀ ਜਾਣਦੇ। ਹੁਣ ਤੁਹਾਡੇ ਸਾਹਮਣੇ ਹੁਣ ਕਿੰਨੀ ਦੁਨੀਆ ਪਰੇਸ਼ਾਨ ਆ, ਅੱਗੇ ਤੋਂ ਅੱਗੇ ਹੁਣ ਰੂਲ ਜਿਸ ਹਿਸਾਬ ਨਾਲ ਨਹੀਂ ਬਣਾਉਣੇ, ਲੋਕਾਂ ਨੂੰ ਫੋਲੋ ਕਰਨੇ ਪੈਣੇ। ਅਗਰ ਗਵਰਨਮੈਂਟ ਰੂਲ ਹੋਣ ਫਿਰ ਤਾਂ ਚਲੋ ਬੰਦਾ ਗਵਰਨਮੈਂਟ ਦੇ ਹਿਸਾਬ ਨਾਲ ਕਰ ਸਕਦੇ ਕੁਝ, ਪਰ ਹੁਣ ਉਹ ਤਾਲੀਬਾਨ ਆ, ਉਹਨੇ ਤਾਂ ਜੋ ਰੂਲ ਬਣਾਉਣੇ ਉਹ ਉੱਤੇ ਚੱਲਣਾ ਪੈਣਾ। ਉਹ ਕੰਟਰੀ ਇਹੋ ਜਿਹੀ ਹੈ ਜੀ। ਜੀ, ਹਫਤਾ ਹੋ ਗਿਆ ਤੁਹਾਨੂੰ ਵਾਪਸ ਆਏ। ਜਦੋਂ ਘਰਦਿਆਂ ਨੂੰ ਦੱਸਿਆ ਹੋਏਗਾ ਜਾਂ ਜੋ ਮਾਹੌਲ ਬਣਿਆ ਹੋਏਗਾ ਨਿਊਜ਼ ਦੇ ਜ਼ਰੀਏ, ਜੇ ਘਰਦਿਆਂ ਨੇ ਸੁਣਿਆ ਹੋਏਗਾ ਤਾਂ ਡਰ ਤਾਂ ਉਹ ਵੀ ਗਏ ਹੋਣਗੇ ਕਿ ਸਹੀ ਸਲਾਮਤ ਘਰ ਦੇ ਵਾਪਸ ਆ ਜਾਣ। ਹਾਂਜੀ ਹਾਂਜੀ, ਘਰ ਦੇ ਤਾਂ ਡਰ ਗਏ ਹੋ ਸੀਗੇ ਜੀ। ਲਾਸਟ 15-20 ਦਿਨ ਤੋਂ ਮੈਨੂੰ ਕਹਿ ਰਹੇ ਸੀਗੇ ਵੀ ਤੁਸੀਂ ਆ ਜਾਓ ਇੱਥੇ ਨੂੰ, ਡੈਡੀ ਹੋਣੀ ਵੀ ਰੋਜ਼ ਕਹਿੰਦੇ ਸੀ ਆ ਜਾਓ ਆ ਜਾਓ ਆ ਜਾਓ, ਪਰ ਸਾਨੂੰ ਉੱਥੇ ਦੀ ਸਿਚੁਏਸ਼ਨ ਪਤਾ ਹੀ, ਕਿਉਂਕਿ ਉਹਨਾਂ ਨੇ ਸਾਨੂੰ ਆਲਰੇਡੀ ਕਹਿ ਕੇ ਰੱਖਿਆ ਆਪਣੇ ਲਗੇਜ ਬੈਗ ਤਿਆਰ ਰੱਖੋ, ਅਸੀਂ ਕਿਸੇ ਵੇਲੇ ਵੀ ਤੁਹਾਨੂੰ ਇੱਥੋਂ ਮੂਵ ਕਰ ਸਕਦੇ ਹਾਂ। ਸਾਨੂੰ ਇੰਨਾ ਥੋੜਾ ਸਿਕਿਉਰ ਸੀਗਾ ਉੱਥੇ, ਕਿਉਂਕਿ ਅਸੀਂ ਯੂਐਸ ਆਰਮੀ ਦੇ ਵਿੱਚ ਕੈਂਪ ਦੇ ਸੀਗੇ, ਸਾਨੂੰ ਕੋਈ ਇੰਨਾ ਖਤਰੇ ਵਾਲਾ ਕੰਮ ਨਹੀਂ ਸੀਗਾ, ਕਿਉਂਕਿ ਐਨੀ ਟਾਈਮ ਉਹ ਸਾਨੂੰ ਉੱਥੋਂ ਮੂਵ ਕਰ ਸਕਦੇ ਸੀ, ਵੈਕੂਏਟ ਕਰ ਸਕਦੇ। ਜਿਸ ਟਾਈਮ ਤੁਸੀਂ ਵਾਪਸ ਆਏ ਉਸ ਤੋਂ ਬਾਅਦ ਹਾਲਾਤ ਕਿਵੇਂ ਦੇ ਹੋਏ? ਕੋਈ ਸੀਗਾ ਉੱਥੇ ਜੋ ਉੱਥੇ ਰਹਿ ਗਿਆ ਹੋਇਆ, ਕੋਈ ਕਿਸੇ ਨੂੰ ਤਕਲੀਫ ਪਰੇਸ਼ਾਨੀ, ਕਿਸੇ ਨਾਲ ਫੋਨ ਤੇ ਜ਼ਰੀਏ ਗੱਲਬਾਤ ਹੋਈ? ਹਾਂਜੀ, ਇੱਦਾਂ ਜੀ, ਆਪਾਂ 14 ਤਰੀਕ ਨੂੰ ਨਾਈਟ ਟਾਈਮ ਅਸੀਂ ਉੱਥੋਂ ਸਾਨੂੰ ਯਕਦਮ ਕਾਉਨੀ ਕਹਿ ਦਿੱਤਾ ਵੀ ਤੁਸੀਂ ਆਪਣਾ ਸਮਾਨ ਮੂਵ ਕਰੋ, ਰਾਤੋਂ ਰਾਤ ਵੈਕੂਏਟ ਕਰਨਾ। ਤੇ ਸਾਨੂੰ ਨਹੀਂ 14 ਤਰੀਕ ਨੂੰ ਉੱਥੋਂ ਲੈ ਕੇ ਤੇ 15 ਨੂੰ ਅਸੀਂ 에ਅਰਪੋਰਟ ਪਹੁੰਚ ਗਏ ਸਵੇਰੇ ਤੜਕੇ।
ਤੇ ਸਾਨੂੰ ਉੱਥੇ US ਆਰਮੀ ਬੇਸ ਬਹੁਤ ਵਧੀਆ ਟ੍ਰੀਟਮੈਂਟ ਉਹਨੇ ਕੀਤਾ, ਸਾਨੂੰ ਚੱਕ ਕੇ ਦੋਹਾ ਕਤਰ ਮੂਵ ਕਰਤਾ। ਪਰ ਕੁਝ ਬੰਦੇ ਉੱਥੇ ਸੀਗੇ ਮੇਰੇ ਹਿਸਾਬ ਨਾਲ, ਤੇ ਇੱਕ ਦੋ ਬੰਦੇ ਹਿਮਾਚਲ ਦੇ ਸੀਗੇ ਉੱਥੇ, ਉਸ ਮੇਰੇ ਨਾਲ ਦਾ ਰੂਮ ਪਾਰਟਨਰ ਨੂੰ ਫੋਨ ਕਰਦੇ ਹੁੰਦੇ ਸੀਗੇ, ਮੈਂ ਇੱਥੇ ਇਦਾਂ ਫਸ ਗਿਆ। ਇੱਕ ਇਕੋਲੋ ਕੰਪਨੀ ਸੀਗੀ, ਉਹ ਕੰਪਨੀ ਦੀ ਮੈਨੇਜਮੈਂਟ ਸ਼ਾਇਦ ਚੱਲ ਗਈ ਉੱਥੋਂ, ਤੇ ਉਹ ਬੰਦੇ ਫਸ ਗਏ ਸੀਗੇ ਉੱਥੇ, ਉਹ ਬਾਹਰ ਸੀਗੇ ਜਾਂ ਅੰਦਰ ਸੀਗੇ, ਇਹ ਨਹੀਂ ਮੈਂ ਕਹਿ ਸਕਦਾ, ਕਿਉਂਕਿ ਉਹ ਮੁੰਡੇ ਫੋਨ ਕੀਤਾ ਸਾਨੂੰ ਵੀ। ਬਾਅਦ 'ਚ ਅਸੀਂ ਉਹਨਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਦੇਖੀ ਸੀਗੀ, ਉਹਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਸਾਡੇ ਉਹ ਵੀ ਲਿਖ ਕੇ ਵੀ ਆਪਣੇ ਵੀਡੀਓ ਤੇ ਮੈਸੇਜ ਵੀ ਦਿੱਤਾ ਸੀਗਾ ਵੀ ਸਾਨੂੰ ਇੱਥੋਂ ਵੈਕੂਏਟ ਕੀਤਾ, ਯਾਨੀ ਫਸ ਗਏ ਸੀ ਬੰਦੇ, ਪਰ ਇੰਡੀਆ ਗਵਰਨਮੈਂਟ ਸਟਿਲ ਇੱਥੋਂ ਮੂਵ ਕਰ ਰਹੀ ਹੈ ਬੰਦੇ। ਜੀ, ਜੇ ਤੁਸੀਂ ਵਾਪਸ ਆ ਰਹੇ ਸੀ ਭਾਰਤ ਆ ਗਏ ਤਾਂ ਨਹੀਂ ਕੋਈ ਪਰੇਸ਼ਾਨੀ ਆਈ? ਹਾਂਜੀ, ਭਾਰਤ ਆ ਕੇ ਤਾਂ ਆਈ ਹੈ ਜੀ। ਉੱਥੋਂ ਅਸੀਂ ਦੋਹਾ ਕਤਰ ਵੀ ਚਲੋ ਬਹੁਤ ਵਧੀਆ ਤਰੀਕੇ ਨਾਲ ਚੱਲਾਂਗੇ, ਚਲੋ ਬਾਕੀ ਉੱਥੇ ਦੀ ਹੁੰਦੀਆਂ ਬਾਹਰਲੀਆਂ ਕੰਟਰੀਆਂ 'ਚ 1-2 ਦਿਨ ਪ੍ਰੋਬਲਮ ਤਾਂ ਆ ਸਕਦੀ, ਕੋਈ ਜ਼ਿਆਦਾ ਮੇਜਰ ਪ੍ਰੋਬਲਮ ਨਹੀਂ ਆਈ। ਬਾਕੀ ਇੱਥੇ ਇੰਡੀਆ ਜਦੋਂ ਅਸੀਂ ਲੈਂਡ ਕੀਤੇ ਜੀ ਆਪਣੇ 22 ਤਰੀਕ ਨੂੰ ਮਾਰਨਿੰਗ ਟਾਈਮ, ਤੇ 5 ਵਜੇ ਕੀਤੇ, ਤੇ ਨਹੀਂ ਸਾਨੂੰ 2:30-3 ਵਜੇ ਕੱਢਿਆ ਜੀ। ਕਹਿੰਦਾ ਮਤਲਬ ਵੀ ਅਸੀਂ ਚਲੋ ਸਾਨੂੰ ਕਹਿੰਦੇ ਸੀਗੇ ਵੀ ਤੁਹਾਡੇ ਕੋਵਿਡ ਟੈਸਟ ਨਹੀਂਗਾ, ਆਲਰੇਡੀ ਕਰਾਏ ਅਸੀਂ ਉੱਥੇ, ਪਰ ਰਿਪੋਰਟ ਲੇਟ ਆਈ ਉਹਨਾਂ ਦੀ। ਅਸੀਂ ਕਿਹਾ ਚਲੋ ਤੁਸੀਂ ਸਾਡੇ ਕੋਵਿਡ ਟੈਸਟ ਕਰੋ, ਕੋਈ ਪ੍ਰੋਬਲਮ ਨਹੀਂ, ਕੋਈ ਇਸ਼ੂ ਨਹੀਂ ਹੈ। ਪਰ ਇਹ ਨਹੀਂ, ਸਾਡੇ ਪਾਸਪੋਰਟ ਲੈ ਲਏ ਉੱਥੇ ਆ ਕੇ ਜੀ, ਫਾਰਮ ਭਰਾਏ, ਠੀਕ ਹੈ ਜੀ, ਉਹ ਵੀ ਕਰ ਲਿਆ, ਕੋਈ ਚੱਕਰ ਨਹੀਂ। ਪਰ ਇਹ ਸਾਨੂੰ ਇਹ ਨਹੀਂ ਇੱਕ ਇੰਜੈਕਸ਼ਨ ਲਾਉਣ ਵਾਸਤੇ ਫੋਰਸ ਕੀਤਾ ਜੀ। ਤੇ ਅਸੀਂ ਇਹਨਾਂ ਨੂੰ ਪੁੱਛਿਆ ਵੀ ਇਹ ਇੰਜੈਕਸ਼ਨ ਕਿਸ ਚੀਜ਼ ਦਾ ਹੈ। ਕੋਈ ਉੱਥੇ ਕਹੀ ਜਾਵੇ ਜੀ ਇਹ ਹੈਗਾ ਜੀ ਕੋਵਿਡ ਸ਼ੀਲਡ ਹੈ, ਵੈਕਸੀਨੇਸ਼ਨ ਹੈ, ਤੇ ਕੋਈ ਕਹੀ ਜਾਵੇ ਨਹੀਂ ਜੀ ਇਹ ਪੋਲੀਓ ਦਾ ਹੈ। ਪਰ ਅਸੀਂ ਕਿਹਾ ਠੀਕ ਹੈ ਜੀ, ਅਗਰ ਪੋਲੀਓ ਦੇ ਵੀ ਆ ਸਾਨੂੰ ਰਿਕਾਰਡ ਉੱਤੇ ਲਿਖ ਕੇ ਦਿਓ ਵੀ ਨੈਕਸਟ ਟਾਈਮ ਅਸੀਂ ਮੰਨ ਲਓ 2 ਮਹੀਨੇ ਬਾਅਦ 3 ਮਹੀਨੇ ਬਾਅਦ ਬਾਹਰ ਜਾਂਦੇ ਹਾਂ, ਵਾਪਿਸ ਆਉਂਦੇ ਹਾਂ, ਫਿਰ ਸਾਡੇ ਫੋਰਸ ਕਰਨਗੇ ਵੀ ਤੁਸੀਂ ਇਹ ਟੀਕਾ ਲਾਓ, ਤੁਸੀਂ ਬਾਹਰੋਂ ਆਏ ਆ। ਅਕਸਰ ਸਾਡੇ ਅਗਰ ਬੋਡੀ ਸਿਸਟਮ ਹੈ ਨਾ ਜੀ, ਉਸ ਹਿਸਾਬ ਦੇ ਨਾਲ ਰਿਕਾਰਡ ਤਾਂ ਹੋਣਾ ਚਾਹੀਦਾ ਨਾ, ਕੁਛ ਨਾ ਕੁਛ, ਕੋਈ ਵੀ ਇੰਜੈਕਸ਼ਨ। ਕੋਵਿਡ ਸ਼ੀਲਡ ਆਲਰੇਡੀ ਆਪਾਂ ਇੰਜੈਕਸ਼ਨ ਡਾਲੇ ਆ ਉੱਥੇ, ਰੂਲ ਦੇ ਹਿਸਾਬ ਨਾਲ ਅਸੀਂ 3rd ਸ਼ਾਟ ਨਹੀਂ ਲੈ ਸਕਦੇ। ਕਿਉਂ ਲੈਣਾ? ਕਿਉਂਕਿ ਆਲਰੇਡੀ ਸਾਡੇ ਕੋਵਿਡ ਸ਼ੀਲਡ ਆਪਣੇ ਫਾਈਜ਼ਰ ਅਮਰੀਕਨ ਸ਼ਾਟ ਲੱਗੇ ਪਏ ਆ, ਰਿਕਾਰਡ ਅਸੀਂ ਸ਼ੋਅ ਕਰਾਏ, ਪਰ ਉਹਨਾਂ ਨੇ ਕੁਛ ਨਹੀਂ ਸੁਣੀ ਜੀ। ਸਾਡੇ ਉਹ ਇੰਜੈਕਸ਼ਨ ਵੀ ਲਾਏ, ਸਾਨੂੰ ਖੱਜਲ ਖੁਆਰ ਵੀ ਕੀਤਾ, 3 ਵਜੇ ਤੱਕ ਸਾਨੂੰ ਬਿਠਾ ਕੇ ਰੱਖਿਆ, ਸਵੇਰ ਦੇ 5 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਜੀ। ਬਹੁਤ ਮਤਲਬ ਮਾੜੇ ਹਾਲਾਤ। ਤੁਹਾਡੇ ਨਾਲ ਕੋਈ ਕੁੜੀਆਂ ਸੀਗੀਆਂ ਕੰਮ ਕਰਦੀਆਂ ਤੁਹਾਡੇ ਐਮਬੈਸੀ 'ਚ? ਨਹੀਂ, ਸਾਡੇ ਇੰਡੀਅਨ ਤਾਂ ਨਹੀਂ ਸੀਗੇ ਜੀ ਸਾਡੇ ਨਾਲ ਕੋਈ ਵੀ, ਤੇ ਸ਼ਾਇਦ 1-2 ਹੋਣਗੀਆਂ ਵੀ, ਪਰ ਉਹ ਵੱਡੀ ਡਿਪਾਰਟਮੈਂਟ ਜਿੱਦਾਂ ਸਟੇਟ ਡਿਪਾਰਟਮੈਂਟ ਅਮਰੀਕਨਾਂ ਦੇ ਹੁੰਦੇ ਉੱਥੇ ਹੋਣਗੀਆਂ, ਸਾਡੀ ਕੰਪਨੀ 'ਚ ਨਹੀਂ ਸੀਗੇ। ਤੇ ਬਾਕੀ ਸ਼ਾਇਦ ਬਾਹਰ ਤਾਂ ਅਸੀਂ ਕਹਿ ਨਹੀਂ ਸਕਦੇ। ਅੱਛਾ, ਤੁਹਾਡੇ ਨਾਲ ਐਮਬੈਸੀ 'ਚ ਕੋਈ ਇਦਾਂ? ਐਮਬੈਸੀ ਦੇ ਜਿੱਦਾਂ ਲੋਕਲ ਕੁੜੀਆਂ ਕੁਛ ਆਉਂਦੀਆਂ ਹੁੰਦੀਆਂ ਸੀ ਅੰਦਰ ਕੰਮ ਕਰਨ। ਤੇ ਫਿਰ ਉਹਨਾਂ ਨੂੰ ਕੋਈ ਰਿਸਟ੍ਰਿਕਸ਼ਨਸ ਸੀਗੇ ਅਫਗਾਨਿਸਤਾਨ ਦੇ ਵਿੱਚ? ਕਿਸ ਤਰ੍ਹਾਂ ਦੇ ਰਿਸਟ੍ਰਿਕਸ਼ਨ ਸੀਗੇ ਕੁੜੀਆਂ ਲਈ? ਮੈਡਮ ਉਹ ਤਾਂ ਹੁਣ ਚਲੋ ਸਾਡੀ ਕੰਪਨੀ ਦੇ ਵਿੱਚ ਨਹੀਂ ਸੀਗੇ, ਮੇਨ ਕੰਪਨੀ ਜਿੱਦਾਂ ਸਟੇਟ ਪਰ ਅਮਰੀਕਨ ਉੱਥੇ ਹੁੰਦੀਆਂ ਅਸੀਂ ਕੰਮ ਕਰਨ, ਉੱਥੇ ਹੀ ਆਪਣਾ ਕੰਮ ਕਰਕੇ ਡਿਊਟੀ ਕਰਕੇ ਫਿਰ ਉਹ ਬਾਹਰ ਨਿਕਲ ਜਾਂਦੇ ਹੁੰਦੇ ਸੀਗੇ ਡੇਲੀ ਕੇ ਡੇਲੀ, ਜਾਨੀ ਉਧਰ ਸਟੇ ਨਹੀਂ ਸੀ ਉਹਨਾਂ ਦੀ ਅੰਦਰ। ਤੁਸੀਂ ਆਪਣੇ ਅੱਖਾਂ ਸਾਹਮਣੇ ਇੱਕ ਦੇਸ਼ ਨੂੰ ਉੱਜੜਦੇ ਹੋਏ ਦੇਖਿਆ ਹੈ ਨਾ, ਕਿਸ ਤਰ੍ਹਾਂ ਹੁਕੂਮਤ ਆ ਗਈ, ਤਾਲਿਬਾਨ ਹੁਕੂਮਤ ਆ ਗਈ, ਭਾਜੜਾ ਪੈ ਗਿਆ ਲੋਕਾਂ ਨੂੰ। ਕੀ ਮਾਹੌਲ ਤੁਹਾਡੇ ਦਿਲ ਤੇ ਕਿਵੇਂ, ਤੇ ਪਰਸਨਲ ਐਕਸਪੀਰੀਅੰਸ ਕੀ ਰਿਹਾ? ਪਰਸਨਲੀ ਜੀ ਹਾਲਾਤ ਬਹੁਤ ਮਾੜੇ ਆ ਉੱਥੇ, ਕਿਉਂਕਿ ਇੱਦਾਂ ਮੰਨ ਲਓ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਛੋਟੇ ਬੱਚੇ ਆ, ਅਕਸਰ ਪੂਰੀ ਫੈਮਿਲੀ ਆ, ਅਗਰ ਕੋਈ ਮੰਨ ਲਓ ਉਹਨਾਂ ਦਾ ਬੰਦਾ ਅਮਰੀਕਨ ਉੱਥੇ ਚਲ ਵੀ ਗਿਆ, ਅਮਰੀਕਾ ਚਲ ਗਿਆ, ਪਰ ਬੈਕ ਉਹਦੀ ਫੈਮਿਲੀ ਆ, ਉਹਨੂੰ ਉੱਥੇ ਵੀ ਜਾ ਕੇ ਟੈਨਸ਼ਨ ਆ। ਇੱਥੇ ਉਹਨਾਂ ਦੇ ਘਰਾਂ ਦੇ ਵਿੱਚ ਉਹ ਘਰ ਦੇ ਘਰ ਲੋਕੀ ਛੱਡ ਕੇ ਦੌੜ ਰਹੇ ਆ, ਤੇ ਟੈਨਸ਼ਨ ਤਾਂ ਇਹੀ ਆ ਜੀ ਕਿ ਉਹ ਅਕਸਰ ਪੂਰੀ ਫੈਮਿਲੀ ਕਿੱਦਾਂ ਲੈ ਕੇ ਨਾਈਟ ਡੇ ਕਿੱਦਾਂ ਸਪੈਂਡ ਕਰਨਗੇ ਉੱਥੇ ਸਾਰੇ ਪਾਸੇ। ਕਹਿੰਦੇ ਅਰਬਾਂ ਖਰਬਾਂ ਪਤੀ ਸੀ ਜੋ ਅਫਗਾਨਿਸਤਾਨ ਦੇ, ਅੱਜ ਸਿਰਫ ਕੁਝ ਆਪਣੇ ਤਨ ਤੇ ਕੱਪੜੇ ਚੱਕ ਕੇ ਤੇ ਆਪਣੇ ਬੱਚਿਆਂ ਨੂੰ, ਪਰਿਵਾਰ ਮੈਂਬਰਾਂ ਨੂੰ ਨਾਲ ਲੈ ਕੇ ਦੂਜੇ ਦੇਸ਼ਾਂ 'ਚ ਜਾ ਰਿਹਾ। ਪੈਸਾ ਸਾਰਾ ਉੱਥੇ ਹੀ ਰਹਿ ਗਿਆ, ਲੋਕਾਂ ਦਾ ਜਿਹੜੀ ਜਮ੍ਹਾਂ ਪੂੰਜੀ ਸੀ, ਜੋ ਪੈਸਾ ਕਮਾਇਆ, ਇੰਨਾ ਪੈਸਾ ਲਾਇਆ, ਉਹ ਸਾਰਾ ਉੱਥੇ ਹੀ ਰਹਿ ਗਿਆ, ਸਿਰਫ ਤਨ ਤੇ ਕੱਪੜੇ ਤੇ ਪਰਿਵਾਰ। ਹਾਂਜੀ, ਇਦਾਂ ਹੀ ਹੈ ਜੀ ਉੱਥੇ। ਹੁਣ ਦੇ ਨਿਊਜ਼ ਦੇ ਹਿਸਾਬ ਨਾਲ ਤਾਂ ਚਲੋ ਅਸੀਂ ਬਾਹਰ ਤਾਂ ਨਹੀਂ ਗਏ, ਪਰ ਉੱਥੇ ਦੇ ਲੋਕਾਂ ਦੇ ਹਿਸਾਬ ਨਾਲ ਇਹ ਗੱਲ ਸੱਚੀ ਹੈ, ਕਿਉਂਕਿ ਉੱਥੇ ਜੋ ਵੀ ਸੀਗਾ ਕੋਈ ਨੂੰ ਬਸ ਆਪਣਾ ਲੈ ਕੇ ਦੌੜਨ ਦੇ, ਉਹ ਬਾਕੀ ਪ੍ਰੋਪਰਟੀਆਂ ਤਾਂ ਉੱਥੇ ਦੀ ਉੱਥੇ ਹੀ ਰਹਿ ਗਈਆਂ ਜੀ ਸਾਰੀਆਂ ਦੀਆਂ। ਆਪਣੇ ਆਪ ਨੂੰ ਫਸਟ ਸੇਫ ਕਰਨ ਦੇ ਉਹ ਲੋਕੀ ਵੀ ਅਸੀਂ ਸੇਫ ਹੋਈਏ ਜੀ। ਗੁਰੂ ਗ੍ਰੰਥ ਸਾਹਿਬ ਜੀ ਦੇ 3 ਪਾਵਨ ਸਰੂਪ ਜੋ ਗੁਰਦੁਆਰਾ ਸਾਹਿਬ ਵਿੱਚ ਸਜੇ ਹੋਏ ਸੀ ਅਫਗਾਨਿਸਤਾਨ ਦੇ ਵਿੱਚ, ਉਹਨਾਂ ਨੂੰ ਵੀ ਵਾਪਸ ਲਾਇਆ ਗਿਆ, ਤੇ ਅਫਗਾਨਿਸਤਾਨ ਦੇ ਵਿੱਚ ਹੁਣ ਕੋਈ ਗੁਰਦੁਆਰਾ ਸਾਹਿਬ ਨਹੀਂ ਰਹੇਗਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਸਰੂਪ ਸਜਾਇਆ ਜਾਏ। ਹਾਂਜੀ ਮੈਡਮ, ਚਲੋ ਉੱਤੇ ਆਪਣੇ 2 ਦਿਨ ਪਹਿਲਾਂ ਪਾਵਨ ਸਰੂਪ ਜੀ ਇੱਥੇ ਆਏ ਤਾਂ ਅਸੀਂ ਉਹਦੇ ਨਾਲ ਥੋੜਾ ਪਹਿਲਾਂ ਆ ਗਏ ਹੋ ਸੀਗੇ ਜੀ ਇੱਥੇ, ਕਿਉਂਕਿ ਅਸੀਂ ਆਪਾਂ ਕੈਂਪ ਦੇ ਵਿੱਚ ਰਹੀਦਾ ਸੀਗਾ, ਸਾਨੂੰ ਲੋੜ ਨਹੀਂ ਸੀ ਬਾਹਰ ਜਾਣਾ ਸਾਤੋਂ। ਉੱਥੇ ਚਲੋ ਗੁਰੂ ਦਰਬਾਰ ਤੇ ਜਾ ਤਾਂ ਹੋਇਆ ਨਹੀਂ, ਤੇ ਬਾਕੀ ਹੁਣ ਪਾਵਨ ਸਰੂਪ ਹੁਣ 2 ਦਿਨ ਤੋਂ ਹੋਏ ਆ ਜੀ ਆਏ, ਅਸੀਂ ਉਹਦੇ ਨਾਲੋਂ ਥੋੜਾ ਪਹਿਲਾਂ ਆ ਗਏ ਸੀਗੇ, ਤਾਂ ਕਰਕੇ ਫੁੱਲ ਉਹਦੇ ਬਾਰੇ ਸਾਨੂੰ ਇਨਕੁਆਇਰੀ ਨਹੀਂ ਗਈ ਵੀ ਕੀ ਹਿਸਾਬ ਕਿਤਾਬ ਸੀਗਾ। ਸ਼ੁਕਰ ਕੀਤਾ ਹੋਏਗਾ ਇੱਕ ਵਾਰ ਉੱਥੋਂ ਬਾਹਰ ਨਿਕਲ ਕੇ। ਉਹ ਤਾਂ ਫਿਰ ਕਰਨਾ ਹੀ ਹੈ ਜੀ, ਇਹੋ ਜਿਹੇ ਤਣਾਅਪੂਰਨ ਮਾਹੌਲ ਦੇ ਵਿੱਚ ਰਹਿਣਾ ਵੀ ਔਖਾ ਹੈ ਨਾ, ਨਹੀਂ ਰਹਿ ਹੁੰਦਾ। ਬਿਲਕੁਲ। ਹਾਂਜੀ, ਭਾਜੜਾ ਪਈਆਂ ਸੀ ਉੱਥੇ ਸਾਰੇ, ਤੁਸੀਂ ਦੇਖਿਆ ਕਿਸ ਤਰ੍ਹਾਂ ਲੋਕਾਂ ਨੂੰ ਭਾਜੜਾ ਪੈ ਰਹੀਆਂ, ਅੱਖੀ ਸਾਹਮਣੇ ਕੋਈ ਇਸ ਤਰ੍ਹਾਂ ਦੇਖਿਆ? ਹਾਂਜੀ, ਅੱਖਾਂ ਸਾਹਮਣੇ ਤਾਂ ਨਹੀਂ, ਆਪਾਂ 에ਅਰਪੋਰਟ ਤੇ ਥੋੜਾ ਜਿਹਾ ਦੇਖਿਆ ਸੀਗਾ ਜੀ ਲੋਕਾਂ ਦਾ ਜਾਨੀ ਸਿਸਟਮ, ਕਿਉਂਕਿ ਸਾਨੂੰ ਤਾਂ ਰਾਤੋਂ ਰਾਤ ਹੀ ਉਹਨੇ ਵੈਕੂਏਟ ਕਰ ਲਿਆ ਸੀਗਾ, ਤਾਂ ਉਹ ਤੋਂ ਦੂਏ ਦਿਨ ਜਿੱਦਾਂ ਹੀ ਆਪਾਂ ਉੱਥੋਂ ਫਲਾਈਟ ਹੋ ਗਈ ਸਾਡੀ ਦੋਹਾ ਕਤਰ ਲਈ,
ਉਹ ਤੋਂ ਸ਼ਾਮ ਤੱਕ ਸਾਨੂੰ ਉੱਥੇ ਜਿਹੜੇ 에ਅਰਪੋਰਟਾਂ ਤੋਂ ਅਸੀਂ ਆਏ ਆ, ਜਿਹੜੇ ਪਲੇਨ ਵਿੱਚ ਆਪਾਂ ਆਏ ਆ, ਉਹ ਇੱਕ ਪਲੇਨ ਦੇ ਵਿੱਚੋਂ ਤੁਸੀਂ ਦੇਖਿਆ ਹੋਣਾ 2-3 ਕੁਝ ਬੰਦੇ ਡਿੱਗੇ ਸੀਗੇ। ਉਸ ਨਾਈਟ ਆਪਾਂ ਉਹ ਸੇਮ ਪਲੇਨ ਆ, ਬਾਕੀ ਦੂਸਰਾ ਹੋਊਗਾ ਜਾਨੀ ਕੰਪਨੀ ਹੋਰ ਪਲੇਨ ਦਾ, ਉਹੀ ਪਲੇਨ ਸੀਗੇ, ਉਹਨਾਂ ਵਿੱਚ ਅਸੀਂ ਇਵੈਕੂਏਟ ਹੋਏ। ਦੂਏ ਇੱਕ ਦਿਨ ਹੀ ਉਹ ਇਹ ਹੈਪਨ ਹੋਈ ਆ। मतलब किस तरह हवाई जहाज तो लोग गिर रही है, मतलब हज़ारां च लोग हवाई जहाज बैठे हुए सी ते हवाई जहाज तो गिर रहे हैं। ਹਾਂਜੀ ਹਾਂਜੀ। ਉਹ ਤੁਹਾਡੀ ਕਿਸੇ ਨਾਲ ਇਦਾਂ ਗੱਲ ਨਹੀਂ ਹੋਈ ਕਿ ਉੱਥੇ ਕੋਈ ਦੋਸਤ ਹੋਏ, ਕਰੀਬੀ ਹੋਏ, ਉਹਨੇ ਹਾਲਾਤ ਬਿਆਨ ਕੀਤੇ ਹੋਣ? ਉੱਥੇ ਆਪਾਂ ਦੋਹਾ ਤੇ ਜਾ ਕੇ ਇੱਕ ਮੁੰਡੇ ਦਾ ਫੋਨ ਆਇਆ ਸੀਗਾ ਜੀ, ਉਹ ਸਾਡੇ ਵਿੱਚ ਹੀ ਕੰਪਨੀ ਦੇ ਕੰਮ ਕਰਦਾ ਜੀ, ਉਹ ਦੱਸਦਾ ਸੀਗਾ ਉਹ ਯਾਨੀ ਕਿ ਕਿਸਮ ਦੇ ਰੋਂਦੇ ਸੀਗੇ ਜੀ, ਜਿਸ ਹਿਸਾਬ ਦਾ ਹਾਲਾਤ ਸੀਗੇ ਉੱਥੇ, ਬਹੁਤ ਬੁਰੇ ਹਾਲਾਤ ਕੀ ਕਹਿ ਰਹੇ ਸੀ ਉਦੋਂ? ਜਾਨੀ ਉਹ ਆਪਾਂ WhatsApp ਤੇ ਮੁੰਡਾ ਮੇਰਾ ਦੋਸਤ ਉਹਨਾਂ ਨਾਲ ਕਾਲ ਕੀਤੀ ਸੀ, ਜਾਨੀ ਉਹ ਸਟicker ਘੱਲਦਾ ਜੀ, ਉਧਰੋਂ ਭੇਜਦਾ ਰੋਣ ਦੇ ਜਾਂ ਜਿੱਦਾਂ ਵੀ ਗੱਲ ਵੀ ਹੋਈ, ਤੇ ਉਹ ਕਹਿੰਦਾ ਬਹੁਤ ਬੁਰੇ ਹਾਲਾਤ ਆ, ਕਿੱਧਰ ਫੈਮਿਲੀ ਬੰਦਾ ਲੈ ਕੇ ਜਾਵੇ ਜਾਂ ਕਿਆ ਕਰਨਗੇ, ਕੁਝ ਨਹੀਂ ਉਹਨਾਂ ਨੂੰ ਪਤਾ ਲੱਗਦਾ ਜੀ। ਨਵੀਂ ਸ਼ੁਰੂਆਤ, ਡਰੇ ਪਏ ਜਾਨੀ, ਡਰੇ ਪਏ। ਹਾਂਜੀ, ਨਵੀਂ ਸ਼ੁਰੂਆਤ ਕਰਨੀ ਪਏਗੀ ਉਹਨਾਂ ਲੋਕਾਂ ਨੂੰ ਵੀ ਤੇ ਸ਼ਾਇਦ ਤੁਹਾਨੂੰ ਵੀ। ਹਾਲਾਂਕਿ ਤੁਸੀਂ ਆਪਣੇ ਘਰ ਸੇਫ ਐਂਡ ਸਾਊਂਡ, ਤੁਹਾਡਾ ਪਰਿਵਾਰ ਇੱਥੇ ਗਏ, ਤੁਸੀਂ ਇੱਥੇ ਦੁਬਾਰਾ ਕੰਮ ਸ਼ੁਰੂ ਕਰ ਲਿਆ, ਕਿਸੇ ਹੋਰ ਦੇਸ਼ ਵਿੱਚ ਜਾ ਕੇ ਫਿਰ ਇੱਕ ਵਾਰ ਬੰਦੇ ਦਾ ਜੋ ਲਾਈਫ ਸਰਕਲ ਹੈ ਉਹ ਸਾਰਾ ਹਿਲ ਜਾਂਦਾ ਹੈ। ਮੈਡਮ ਸਾਨੂੰ ਤਾਂ ਇਹ US ਆਰਮੀ ਨਾਲ ਜਦੋਂ ਦੇ ਕੰਮ ਕਰਨ ਦੇ ਬਹੁਤ ਵਧੀਆ ਚੱਲ ਰਿਹਾ ਸੀਗਾ ਜੀ, ਸਾਡਾ ਵੈਰੀ ਵਧੀਆ ਫੈਮਿਲੀ ਚੱਲ ਰਹੀ ਸੀ, ਸਾਨੂੰ ਉੱਥੋਂ ਬਹੁਤ ਸਪੋਰਟ ਸੀਗੀ ਉਹਨਾਂ ਦੀ ਵੀ, ਸਾਡੀ ਕੰਪਨੀ ਬਹੁਤ ਵਧੀਆ ਸੀਗਾ, ਜਾਨੀ ਜੋ ਵੀ ਸੀਗਾ ਸਭ ਕੁਝ ਬਹੁਤ ਵਧੀਆ ਚੱਲ ਰਿਹਾ। ਪਰ ਹੁਣ ਆਪਾਂ ਘਰ ਆ ਕੇ ਬਹਿ ਗਏ, ਹੁਣ ਸਾਨੂੰ ਟੈਨਸ਼ਨ ਕਿ ਕਰਾਂਗੇ ਕੀ, ਕੰਮ ਨਹੀਂ ਆ, ਕਾਰ ਨਹੀਂ ਆ, ਕੁਝ ਵੀ, ਕਿਉਂਕਿ ਇੱਥੇ ਰਹਿ ਕੇ ਤਾਂ ਕੁਝ ਵੀ ਨਹੀਂ ਬਣਨਾ ਜੀ, ਕੁਛ ਨਾ ਕੁਛ ਤਾਂ ਕੰਮ ਤਾਂ ਕਰਨਾ ਹੀ ਪੈਣਾ, ਤਾਂ ਕਰਕੇ ਥੋੜੀ ਸਪੋਰਟ ਬੰਦੇ ਨੂੰ ਕੰਮ ਦੀ ਮਿਲ ਜਾਏ ਤਾਂ ਚਲੋ ਬਹੁਤ ਵਧੀਆ ਹੋਊਗਾ। ਜੀ ਜੀ। ਹਾਲੇ ਵੈਸੇ ਵੀ ਮਹਾਮਾਰੀ ਚੱਲ ਰਹੀ ਹੈ ਤਾਂ ਜੌਬਸ ਵੈਸੇ ਹੀ ਲੋਕਾਂ ਕੋਲ ਬਹੁਤ ਘੱਟ ਹੈ, ਓਪਰਚੁਨਿਟੀਜ਼ ਘਟੀਆਂ ਹੋਈਆਂ। ਚਲੋ ਜੀ ਕੀ ਕਰਨਾ, ਫਿਰ 2-4 ਮਹੀਨੇ ਦੇਖਣਾ ਪੈਣਾ, ਫਿਰ ਕਿਤੇ ਨਾ ਕਿਤੇ ਟਰਾਈ ਕਰਾਂਗੇ, ਬਾਹਰ ਜਾਣਾ ਤਾਂ ਪੈਣਾ ਹੀ, ਕੰਮ ਤਾਂ ਕਰਨਾ ਹੀ, ਤਾਂ ਇੱਥੇ ਕੁਛ ਨਾ ਕੁਛ ਕਰਾਂ, ਪਰ ਇੱਥੇ ਕੰਮ ਕਰਨਾ ਵੀ ਕੀ ਆ, ਲੇਬਰ ਰਹਿ ਗਈ ਇੱਥੇ, ਉਹ ਤਾਂ ਕੰਮ ਹੋ ਰਿਹਾ ਨਹੀਂਗਾ ਜੀ ਕੋਈ ਵੀ। ਜੀ ਜੀ ਜੀ। ਤਾਂ ਉਮੀਦ ਕਰਦੇ ਹਾਂ ਕਿ ਹੁਣ ਤੁਹਾਡਾ ਪਰਿਵਾਰ ਵੀ ਖੁਸ਼ ਹੋਏਗਾ, ਸਭ ਦਿਮਾਗ 'ਚੋਂ ਟੈਨਸ਼ਨ ਜਿਹੜੀ ਉਹ ਲੱਥ ਦੀ, ਜਦੋਂ ਘਰ ਦਾ ਮੈਂਬਰ ਜਿਹੜਾ ਬਾਹਰ ਇੱਦਾਂ ਫਸ ਜਾਏ ਤਾਂ ਇਹੋ ਜਿਹੇ ਹਾਲਾਤ ਬਣ ਜਾਣ ਤਾਂ ਘਰ ਵਾਪਸ ਪਰਤ ਗਏ ਤਾਂ ਘਰ ਪਰਿਵਾਰ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਜ਼ਰੂਰ ਹੋਏਗਾ। ਤਾਂ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਹਾਲਾਂਕਿ ਹਾਲਾਤ ਬਹੁਤ ਖਰਾਬ ਨੇ, ਪਰ ਰੱਬ ਦੀ ਮਿਹਰ ਹੋਈ ਕਿ ਤੁਸੀਂ ਸਮੇਂ ਸਿਰ ਆਪਣੇ ਘਰ ਵਾਪਸ ਪੁੱਜ ਗਏ। ਹਾਂਜੀ ਹਾਂਜੀ, ਬਹੁਤ ਵਧੀਆ ਹੋ ਗਿਆ ਜੀ, ਟਾਈਮ ਨਾਲ ਘਰ ਆ ਗਏ ਆ। ਇੱਦਾਂ ਦੇ ਇਸ ਵੇਲੇ ਉੱਥੇ ਫਸੇ ਉਹਨੇ ਤਾਂ ਆਪਾਂ ਵੀ ਟੈਨਸ਼ਨ 'ਚ, ਪਿੱਛੇ ਘਰ ਪਰਿਵਾਰ ਦੀ ਵੀ ਪੂਰੀ ਟੈਨਸ਼ਨ ਹੋਣੀ, ਚਲੋ ਫਿਰ ਵੀ ਪ੍ਰਮਾਤਮਾ ਨੇ ਕੀਤਾ, ਆਪਾਂ ਘਰ ਆ ਕੇ ਬੈਠੇ ਆ ਸਹੀ ਸਲਾਮਤ, ਕੋਈ ਚੱਕਰ ਨਹੀਂ, ਬਹੁਤ ਵਧੀਆ ਜੀ, ਬਹੁਤ ਬਹੁਤ ਥੈਂਕ ਯੂ ਤੁਹਾਡਾ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਇਹੋ ਜਿਹੇ ਹਾਲਾਤ ਬਣੇ ਅਫਗਾਨਿਸਤਾਨ ਦੇ ਵਿੱਚ, ਹਾਲਾਂਕਿ ਇਹ ਬਹੁਤ ਖੁਸ਼ਨਸੀਬ ਰਹੇ ਕਿ ਕਿਸ ਤਰ੍ਹਾਂ ਜਦੋਂ ਮਾੜੇ ਹਾਲਾਤ ਹੋਣ ਤੋਂ ਪਹਿਲੇ ਘਰ ਵਾਪਸ ਪਰਤ ਗਏ, ਪਰ ਇਹੋ ਜਿਹੀਆਂ ਹੋਰ ਵੀ ਕਿੰਨੀਆਂ ਕਹਾਣੀਆਂ ਹੋਣਗੀਆਂ, ਹੋਰ ਕਿੰਨੇ ਲੋਕ ਹੋਣਗੇ, ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਕਿਸ ਤਰ੍ਹਾਂ ਵਾਇਰਲ ਹੋ ਰਹੀਆਂ ਨੇ। ਕੋਈ ਲੋਕ ਜਿਨ੍ਹਾਂ ਦੇ, ਜਿਸ ਤਰ੍ਹਾਂ ਮੈਂ ਜ਼ਿਕਰ ਵੀ ਕੀਤਾ ਹੁਣੇ ਕਿ ਅਰਬਾਂ ਖਰਬਾਂ ਪਤੀ ਉੱਤੇ ਰਹਿਣ ਵਾਲੇ ਸਿਰਫ ਆਪਣੇ ਪਰਿਵਾਰ ਦੇ ਨਾਲ ਵਾਪਸ ਦੂਜੇ ਦੇਸ਼ਾਂ ਵਿੱਚ ਜਾ ਕੇ ਨਵੀਂ ਸ਼ੁਰੂਆਤ ਕਰਨੀ ਪਏਗੀ। ਜੋ ਜਮ੍ਹਾਂ ਪੂੰਜੀ ਸੀ, ਜੋ ਘਰ ਸਜਾਏ ਹੋਏ ਸੀ, ਕਿੰਨਾ ਸਮਾਨ, ਕਿੰਨੀਆਂ ਉਮੀਦਾਂ ਹੁੰਦੀਆਂ, ਸਭ ਦੀਆਂ ਢਹਿ ਗਈਆਂ ਹੋਣਗੀਆਂ। ਉੱਥੇ ਜੋ ਅਫਗਾਨੀ ਨੇ ਤਾਂ ਆਪਣਾ ਦੇਸ਼ ਛੱਡਣ ਲਈ ਮਜਬੂਰ ਹੋ ਗਏ, ਇਸ ਕਦਰ ਕਿ ਸਭ ਕੁਝ ਛੱਡ ਕੇ ਸਿਰਫ ਆਪਣੀ ਸੇਫਟੀ ਲਈ, ਆਪਣੇ ਪਰਿਵਾਰ ਦੀ ਸੇਫਟੀ ਲਈ ਉਹਨਾਂ ਨੂੰ ਇਹ ਚੀਜ਼ ਛੱਡਣੀ ਪਈ। ਤੇ ਉਹ ਵੀ ਲੋਕ ਜੋ ਉੱਥੇ ਕੰਮ ਕਰ ਰਹੇ ਸਨ, ਕਿਸ ਤਰ੍ਹਾਂ ਹਫੜਾ ਤਫੜੀ ਦੇ ਮਾਹੌਲ ਦੇ ਵਿੱਚ ਉਹਨਾਂ ਨੂੰ ਅਫਗਾਨਿਸਤਾਨ ਤੋਂ ਆਪਣੇ ਦੇਸ਼ਾਂ ਦੇ ਵਿੱਚ ਵਾਪਸ ਭੇਜਿਆ ਜਾਂਦਾ, ਉਹਦੀ ਤਸਵੀਰ ਕੀ ਹੱਡ ਬੀਤੀ ਸੀ ਉਹ ਵੀ ਤੁਹਾਨੂੰ ਸੁਣਾਈ। ਉਮੀਦ ਹੈ ਇਹ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਵੇਗੀ। ਸਹਿਯੋਗੀ ਸਾਥੀ ਵਿੱਕੀ ਦੇ ਨਾਲ ਜਸਨੂਰ ਤਵਨ, ਡੇਲੀ ਪੋਸਟ ਪੰਜਾਬੀ, ਹੁਸ਼ਿਆਰਪੁਰ।